कि मज़हब नहीं सिखाता आपस में बैर रखना, हिंदी हम वतन है, हिंदू सता हमारा। ਅੱਜ ਵੀ ਪੰਜਾਬ ਤੋਂ ਜੋ ਚੱਕਾ ਜਾਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਖਿਲਾਫਤ ਕਿਤੇ ਨਾ ਕਿਤੇ ਉਦੋਂ ਵੀ ਹੋਈ ਹੈ ਜਦੋਂ ਸੁਨਿਆਰਿਆਂ ਦੇ ਖਿਲਾਫ ਇੱਕ ਐਕਟ ਬਣਿਆ ਇਸੀ ਸਰਕਾਰ ਦੇ ਵਿੱਚ 3 ਮਹੀਨੇ ਉਹਨਾਂ ਨੇ ਦੁਕਾਨਾਂ ਬੰਦ ਰੱਖੀਆਂ, ਕਿਸੇ ਕਿਸਾਨ ਨੇ ਤੁਹਾਡੀ ਵਿਰੋਧਤਾ ਨਹੀਂ ਕੀਤੀ। ਜਦੋਂ GST ਆਈ ਸਾਰੇ ਵਪਾਰੀਆਂ ਨੇ ਦੱਬ ਕੇ ਸਰਕਾਰ ਦੀ ਵਿਰੋਧਤਾ ਕੀਤੀ, ਹੜਤਾਲਾਂ ਕੀਤੀਆਂ, ਧਰਨੇ ਦਿੱਤੇ, ਪੁਤਲੇ ਫੂਕੇ, ਕਿਸੇ ਕਿਸਾਨ ਨੇ ਤੁਹਾਡੀ ਵਿਰੋਧਤਾ ਨਹੀਂ ਕੀਤੀ, ਤੁਹਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ। ਫਿਰ ਕੀ ਵਜ੍ਹਾ ਹੈ ਕਿ ਅੱਜ ਕਿਸਾਨ ਪਰੇਸ਼ਾਨ ਹੈ ਤੇ ਕੁਝ ਲੋਕ ਸਿਰਫ ਆਪਣੀ ਸ਼ੋਹਰਤ ਦੇ ਲਈ, ਔਰ ਮੈਂ ਵੀ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਲੋਕ ਵਿਰੋਧਤਾ ਕਰ ਰਹੇ ਹੈ ਉਹਨਾਂ ਦੀ ਗਿਣਤੀ ਉਂਗਲੀਆਂ ਤੇ ਗਿਣੀ ਜਾ ਸਕਦੀ ਹੈ, ਉਹਨਾਂ ਦੇ ਨਾਲ ਦੇਸ਼ ਦੀ ਜਨਤਾ ਨਹੀਂ ਹੈ, ਪੰਜਾਬ ਦੀ ਵੀ ਜਨਤਾ ਨਹੀਂ ਹੈ। ਤੋਮਰ ਜੀ ਜਿਹੜੇ ਨੇ, ਮੈਂ ਸਮਝਦਾ ਪਿਛਲੇ 2 ਮਹੀਨੇ ਤੋਂ ਉਹਨਾਂ ਨੇ ਕਿਸਾਨਾਂ ਦੇ ਨਾਲ ਜਿਹੜੀਆਂ ਬੈਠਕਾਂ ਕੀਤੀਆਂ, ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਗਿਆ ਕਿ ਇਹ ਕਾਨੂੰਨ ਬਿਲਕੁਲ ਕਾਲਾ ਹੈ, ਯਾਨੀ ਇਕੱਲਾ ਦਾਲ 'ਚ ਕਾਲਾ ਨਹੀਂ ਹੈ, ਪੂਰੀ ਦਾਲ ਹੀ ਕਾਲੀ ਹੈ। ਲੇਕਿਨ ਕਿਉਂਕਿ ਉਦਯੋਗਪਤੀਆਂ ਦਾ ਦਬਾਅ ਸਰਕਾਰ ਦੇ ਉੱਤੇ ਹੈ, ਮੈਂ ਅਗਰ ਦੁਕਾਨਦਾਰ ਹਾਂ ਤੇ ਗਵਰਨਮੈਂਟ ਵੱਲੋਂ ਮੇਰੇ ਤੇ ਕੋਈ ਪਾਬੰਦੀ ਨਹੀਂ ਹੈ ਕਿ ਮੈਂ ਆਪਣਾ ਸਮਾਨ ਉਧਾਰ ਵੇਚਾਂ, ਆਪਣਾ ਸਮਾਨ ਕਿਸ਼ਤਾਂ ਤੇ ਵੇਚਾਂ, ਆਪਣਾ ਸਮਾਨ ਆਨਲਾਈਨ ਵੇਚ ਦੇਵਾਂ, ਭਾਵੇਂ ਕਿਸੇ ਨੂੰ ਮੈਂ ਫ੍ਰੀ ਦੇ ਦੇਵਾਂ। ਤੇ ਇਸੇ ਤਰ੍ਹਾਂ ਇੱਕ ਕਿਸਾਨ ਹੈ ਜਿਹੜਾ ਅੱਜ ਤੱਕ ਤਾਂ ਆਜ਼ਾਦ ਸੀਗਾ, ਲੇਕਿਨ ਹੁਣ ਨਵੇਂ ਕਾਨੂੰਨ ਦੇ ਤਹਿਤ ਗਵਰਨਮੈਂਟ ਕਹਿੰਦੀ ਹੈ ਕਿ ਤੁਹਾਨੂੰ MSP ਦੀ ਜ਼ਰੂਰਤ ਨਹੀਂ, ਲੇਕਿਨ ਜਦ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਸਰਕਾਰ ਨੇ ਕਿਹਾ MSP ਬਹਾਲ ਰਹੇਗੀ, ਔਰ ਫਿਰ ਸਰਕਾਰ ਕਹਿੰਦੀ MSP ਵਧਾ ਦਾਂਗੇ। ਅਗਰ ਤੁਸੀਂ ਇੰਨੇ ਹੀ ਪਿਆਰੇ ਸੀ ਤੇ ਤੁਸੀਂ ਆਪਣੀ ਗੱਲ ਦੇ ਉੱਤੇ ਪਹਿਲਾਂ ਖਰੇ ਕਿਉਂ ਰਹੇ? ਅਮੈਂਡਮੈਂਟ ਦੀ ਗੱਲ ਜਦੋਂ ਆ ਗਈ ਤੇ ਇਹਦਾ ਮਤਲਬ ਹੈ ਕਾਨੂੰਨ ਜਿਹੜਾ ਹੈ ਕਾਲਾ ਹੈ। ਕਿ ਅੰਡਾਨੀ ਅੰਬਾਨੀਆਂ ਦੀਆਂ ਜਿਹੜੀਆਂ ਅੱਗੇ ਕੰਸਰਨ ਸਿਸਟਰ ਕੰਪਨੀਜ਼ ਨੇ, ਕੰਪਨੀਆਂ ਉਹਨਾਂ 2 ਬੰਦਿਆਂ ਦੀਆਂ ਹੀ ਹੋਣਗੀਆਂ। ਅੱਗੇ 100 ਕੰਪਨੀਆਂ ਬਣਾ ਲਈਆਂ, ਹੁਣ ਕਿਸਾਨ ਕਿੱਥੇ ਜਾਏਗਾ? ਮੰਡੀ 'ਚ ਨਹੀਂ ਜਾ ਸਕਦਾ। ਜਿਹੜਾ ਬੰਦਾ ਉਹਦੇ ਨਾਲ ਆ ਰਿਹਾ, ਡੀਲਿੰਗ ਕਰ ਰਿਹਾ, ਇੱਕ ਕੰਪਨੀ ਨੇ ਜਿਹੜੀ ਗੱਲ ਤੈਅ ਕਰਤੀ, ਦੂਜਾ ਐਗਜ਼ੈਕਟਿਵ ਜਿਹੜਾ ਹੈ ਉਹ ਚਾਹੇਗਾ ਕਿ ਇਹਦੇ ਤੋਂ ਹੀ ਆਵੇ, ਉੱਧਰ ਵੀ ਜਾਂਦਾ ਤੇ 2 ਰੁਪਏ ਘਾਟੇ ਦੇ ਵਿੱਚ ਹੀ ਜਾਏਗਾ। ਤਾਂ ਕਿਸਾਨ ਤਾਂ ਆਪਣੀ ਜਗ੍ਹਾ ਫਸ ਗਿਆ। ਸਰਕਾਰ ਨੂੰ ਚਾਹੀਦਾ ਜਿਨ੍ਹਾਂ ਦੇ ਲਈ ਕਾਨੂੰਨ ਬਣਾਇਆ, ਅਗਰ ਉਹੀ ਕਾਨੂੰਨ ਨੂੰ ਨਹੀਂ ਅਪਣਾਉਣਾ ਚਾਹੁੰਦੇ ਫਿਰ ਤੁਸੀਂ ਧੱਕੇ ਨਾਲ ਉਹਨਾਂ ਦੇ ਉੱਤੇ ਕਿਉਂ ਥੋਪ ਰਹੇ? ਕਿਸਾਨ ਜਥੇਬੰਦੀਆਂ ਆਪਣੇ ਤੈਅ ਮੁਤਾਬਕ ਰੂਟ ਦੇ ਉੱਤੇ ਹੀ ਸੀਗੀਆਂ, ਉਹ ਆਪਣੇ ਰੂਟ ਤੋਂ ਨਹੀਂ ਹਟੀਆਂ। ਉਹਨਾਂ ਦੇ ਨਾਲ ਸੰਸਥਾਵਾਂ 'ਚ ਜਿਹੜੇ ਲੋਕ ਸੀਗੇ ਉਹ ਬਿਲਕੁਲ ਉਸੇ ਰੂਟ ਤੇ ਸੀ। ਮੈਂ ਸਮਝਦਾ ਇਹ 'ਚ ਕਿਤੇ ਨਾ ਕਿਤੇ ਸਰਕਾਰ ਨੇ ਔਰ ਕੁਝ ਲੋਕਾਂ ਨੇ ਫਰੈਂਡਲੀ ਮੈਚ ਜਿਹੜਾ ਹੈ ਖੇਲਿਆ, ਔਰ ਉਹ ਮੈਚ ਬਕਾਇਦਾ ਫਿਲਮ ਵਾਂਗੂ ਡਾਇਰੈਕਟ ਕੀਤਾ ਗਿਆ। ਉਹਦਾ ਮਕਸਦ 2 ਟੀਚੇ ਉਹਨਾਂ ਦੇ ਸਾਹਮਣੇ ਸੀਗੇ ਕਿ ਇੱਕ ਸਿੱਖ ਪੰਥ ਨੂੰ, ਦੂਸਰਾ ਇਸ ਅੰਦੋਲਨ ਨੂੰ ਬਦਨਾਮ ਕੀਤਾ ਜਾਏ, ਔਰ ਉਹਦੇ ਲਈ ਗੋਦੀ ਮੀਡੀਆ ਜਿਹੜਾ ਉਹ ਪਹਿਲਾਂ ਤੋਂ ਤਿਆਰ ਸੀਗਾ। ਤੁਹਾਡੇ ਔਰ ਲੋਕਾਂ ਦੇ ਦਰਮਿਆਨ ਜਿਹੜੇ ਤਾਲੁਕਾਤ ਜਿਹੜੇ ਖਰਾਬ ਹੋ ਰਹੇ ਨੇ ਜਾਂ ਲੋਕਾਂ ਨੂੰ ਜਿਹੜੀ ਗਲਤਫਹਿਮੀ ਪੈਦਾ ਹੋ ਰਹੀ, ਇਹਦਾ ਸਭ ਤੋਂ ਵੱਡਾ ਜ਼ਿੰਮੇਦਾਰ ਗੋਦੀ ਮੀਡੀਆ ਹੈ, ਜਿਹੜਾ ਕਿ ਸਿਰਫ ਆਪਣੀ ਚਮਚਾਗਿਰੀ ਕਰਨ ਦੇ ਚੱਕਰ 'ਚ, ਵਾਹਵਾਹੀ ਲੁੱਟਣ ਦੇ ਚੱਕਰ 'ਚ ਆਪਣੇ ਦੇਸ਼ ਦੇ ਲੋਕਾਂ ਦੇ ਵਿਰੁੱਧ ਖਬਰਾਂ ਚਲਾ ਰਿਹਾ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਕਿਸਾਨ ਅੰਦੋਲਨ ਦੇ ਨਾਲ ਜੁੜੇ ਬਹੁਤ ਵੱਡੇ ਅਪਡੇਟ ਸਾਹਮਣੇ ਆ ਰਹੇ ਨੇ, ਪਰ ਸਵਾਲ ਜਿਹੜਾ ਹਰ ਵਿਅਕਤੀ ਦੇ ਮੂੰਹ ਤੇ ਉਹ ਇਹੀ ਹੈ ਕਿ ਹੁਣ ਅੱਗੇ ਕੀ, ਜਾਂ ਇੱਕ ਹੋਰ ਸਵਾਲ ਹੈ ਕਿ ਹੁਣ ਹੱਲ ਕਦੋਂ ਨਿਕਲੇਗਾ। ਇੱਕ ਪਾਸੇ ਸੈਂਕੜੇ ਨੌਜਵਾਨਾਂ ਦਾ ਸ਼ਹੀਦ ਹੋ ਜਾਣਾ, ਇੱਕ ਪਾਸੇ ਸੈਂਕੜੇ ਨੌਜਵਾਨ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ, ਬਹੁਤ ਸਾਰੇ ਨੌਜਵਾਨ ਜ਼ਖਮੀ ਹੋਏ ਨੇ। ਸਟੇਜ ਤੋਂ ਜਿਹੜੀਆਂ ਲਲਕਾਰਾਂ ਇੱਕ ਨਵੀਂ ਊਰਜਾ ਭਰ ਦਿੰਦੀਆਂ ਨੇ, ਪਰ ਹੱਲ ਦੇ ਲਈ ਹਲੇ ਵੀ ਉਡੀਕ ਹੈ। ਇੱਕ ਪਾਸੇ ਅਸੀਂ ਚੱਕਾ ਜਾਮ ਵੀ ਕੀਤਾ ਹੈ, ਨੈਸ਼ਨਲ ਹਾਈਵੇਜ਼ ਜਿਹੜੇ ਨੇ ਉਹ ਬਲੌਕ ਰਹੇ ਨੇ। ਕਿਸਾਨ ਅੰਦੋਲਨ ਜਿਸ ਤਰ੍ਹਾਂ ਅੱਗੇ ਵੱਧਦਾ ਜਾ ਰਿਹਾ ਹੈ, ਬਹੁਤ ਸਾਰੇ ਸਵਾਲ ਵੀ ਖੜੇ ਹੁੰਦੇ ਜਾ ਰਹੇ ਨੇ ਇਸ ਅੰਦੋਲਨ ਤੇ, ਪਰ ਇਸ ਅੰਦੋਲਨ ਦੇ ਨਾਲ ਜੋ ਲੋਕ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਬੇहद ਲਾਜ਼ਮੀ ਹੈ। ਇਸ ਵੇਲੇ ਮੈਂ ਲੁਧਿਆਣਾ ਸ਼ਹਿਰ ਦੀ ਇਤਿਹਾਸਕ ਜਾਮਾ ਮਸਜਿਦ ਦੇ ਵਿੱਚ ਮੌਜੂਦ ਹਾਂ। ਮੇਰੇ ਨਾਲ ਇਸ ਵੇਲੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਮੌਜੂਦ ਨੇ। ਬੀਤੇ ਦਿਨੀ ਤੁਸੀਂ ਇਹਨਾਂ ਦੀ ਸਟੇਜ ਤੋਂ ਸਪੀਚ ਸੁਣੀ ਹੋਣੀ ਹੈ। ਇੱਕ ਐਲਾਨ ਕੀਤਾ ਗਿਆ ਸੀ ਇਹਨਾਂ ਵੱਲੋਂ ਕਿ 2 ਲੱਖ ਵਿਅਕਤੀਆਂ ਦੇ ਨਾਲ ਇੱਕ ਪੈਦਲ ਮਾਰਚ ਕੱਢਿਆ ਜਾਏਗਾ। ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਦਾ ਸਮਰਥਨ ਵੱਡਮੁੱਲਾ ਹੈ। ਤਾਂ ਗੱਲਬਾਤ ਕਰਨ ਦੇ ਲਈ ਅੱਜ ਇੱਥੇ ਅਸੀਂ ਆਏ ਹਾਂ। ਬਹੁਤ ਸਵਾਗਤ ਹੈ ਜੀ ਡੇਲੀ ਪੋਸਟ। ਧੰਨਵਾਦ ਜੀ, ਬਹੁਤ ਸ਼ੁਕਰੀਆ। ਇੱਕ ਵੱਡਾ ਐਲਾਨ ਕਰ ਦਿੱਤਾ ਤੁਸੀਂ ਕਿ ਬੜੀ ਜਲਦੀ ਤੁਸੀਂ 2 ਲੱਖ ਵਿਅਕਤੀਆਂ ਨੂੰ ਨਾਲ ਲੈ ਕੇ ਇੱਕ ਪੈਦਲ ਮਾਰਚ ਕੱਢਣਾ ਹੈ ਜੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ। ਕਿਸਾਨ ਅੰਦੋਲਨ ਦੇ ਨਾਲ ਲੁਧਿਆਣਾ ਦੀ ਇਤਿਹਾਸਕ ਜਾਮਾ ਮਸਜਿਦ ਜਿਹੜੀ ਹੈ ਉਹ ਸ਼ੁਰੂ ਤੋਂ ਜੁੜੀ ਹੋਈ ਹੈ। ਸਾਡਾ ਮਨਸ਼ਾ ਇਹ ਹੈ ਕਿ ਵੀ ਇਹ ਅੰਦੋਲਨ ਜਿਹੜਾ ਹੈ ਇਹ ਭਾਰਤ ਦੇਸ਼ ਦੀ ਔਰ ਪੰਜਾਬ ਦੀ ਮਿੱਟੀ ਦਾ ਅੰਦੋਲਨ ਹੈ, ਔਰ ਮਿੱਟੀ ਦੇ ਅੰਦੋਲਨ ਦੇ ਵਿੱਚ ਸਮੂਹ ਧਰਮਾਂ ਦੇ ਲੋਕਾਂ ਨੂੰ ਜਿਹੜਾ ਹੈ ਸ਼ਾਮਿਲ ਹੋਣਾ ਚਾਹੀਦਾ ਹੈ। ਅਸੀਂ ਹੁਣੀ ਜਦੋਂ ਸੰਗੂ ਬਾਰਡਰ ਗਏ
ਤੇ ਉੱਥੇ ਲੋਕਾਂ ਦਾ ਜਜ਼ਬਾ, ਔਰ ਖਾਸ ਕਰ ਮੈਂ ਪੰਜਾਬੀਆਂ ਦੇ ਜਜ਼ਬੇ ਦੇ ਨਾਲ ਨਾਲ ਸਲਾਮ ਕਰਨਾ ਚਾਹੁੰਦਾ ਹਰਿਆਣਾ ਦੇ ਜਾਟ ਹਿੰਦੂ ਭਰਾਵਾਂ ਨੂੰ। ਉਹਨਾਂ ਦੇ ਜਜ਼ਬੇ ਨੂੰ ਦੇਖ ਕੇ ਤੇ ਸਾਡੇ 'ਚ ਇੱਕ ਨਵੀਂ ਊਰਜਾ ਵੀ ਆਈ, ਤਾਂ ਲੁਧਿਆਣਾ ਜਾਮਾ ਮਸਜਿਦ ਵੱਲੋਂ ਇਹ ਨਿਰਣੇ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪੈਦਲ ਮਾਰਚ ਜਿਹੜਾ ਹੈ, ਜਿਹਦੀ ਗਿਣਤੀ ਜਿਹੜੀ ਹੈ ਲੱਖਾਂ ਦੇ ਵਿੱਚ ਹੋਵੇ, ਉਹ ਕਿਸਾਨਾਂ ਦੇ ਹੱਕ ਦੇ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਦਫ਼ਤਰ ਤੱਕ ਜਾਏਗਾ, ਜਿੱਥੇ ਅਸੀਂ ਇੱਕ ਮੈਮੋਰੈਂਡਮ ਜਿਹੜਾ ਹੈ ਆਪਣੇ ਰਾਸ਼ਟਰਪਤੀ ਜੀ ਸ਼੍ਰੀ ਰਾਮਨਾਥ ਕੋਵਿੰਦ ਜੀ ਦੇ ਨਾਮ ਦੇਣਾ ਚਾਹੁੰਦੇ ਹਾਂ, ਜਿਹਦੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਰੱਦ ਕੀਤਾ ਜਾਏ ਜੀ। ਤੁਸੀਂ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਕਿਵੇਂ ਦੇਖਿਆ? ਹਾਲਾਂਕਿ ਅਸੀਂ ਤੁਹਾਡੀ ਸਟੇਜ ਤੋਂ ਸਪੀਚ ਸੁਣ ਚੁੱਕੇ ਹਾਂ, ਪਰ ਬਹੁਤ ਸਾਰੇ ਦਰਸ਼ਕ ਨਵੇਂ ਜੁੜੇ ਹੋਣੇ ਨੇ, ਤਾਂ ਤੁਸੀਂ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਿਵੇਂ ਕਹਿ ਰਹੇ ਹੋ? ਕਿਉਂਕਿ ਬੀਤੇ ਦਿਨੀ ਜਿਹੜੀ ਨਰਿੰਦਰ ਤੋਮਰ ਜੀ ਜਿਹੜੇ ਸਾਡੇ ਕੇਂਦਰੀ ਖੇਤੀਬਾੜੀ ਮੰਤਰੀ ਨੇ, ਉਹ ਕਹਿੰਦੇ ਨੇ ਕਿ ਕਾਲੇ ਕਾਨੂੰਨ ਤਾਂ ਕਹਿ ਰਹੇ ਹੋ, ਪਰ ਇਹਦੇ ਵਿੱਚ ਕਾਲਾ ਕੀ ਆ ਉਹਨਾਂ ਨੂੰ ਇਹ ਸਮਝਾਉਣਾ ਨਹੀਂ ਆ ਰਿਹਾ ਕਿਸਾਨਾਂ ਨੂੰ, ਭਾਵ ਸਾਨੂੰ, ਅਸੀਂ ਜਿਹੜੇ ਸਮਰਥਨ ਕਰ ਰਹੇ। ਦੇਖੋ ਇੱਦਾਂ ਹੈ ਕਿ ਤੋਮਰ ਜੀ ਜਿਹੜੇ ਨੇ, ਮੈਂ ਸਮਝਦਾ ਪਿਛਲੇ 2 ਮਹੀਨੇ ਤੋਂ ਉਹਨਾਂ ਨੇ ਕਿਸਾਨਾਂ ਦੇ ਨਾਲ ਜਿਹੜੀਆਂ ਬੈਠਕਾਂ ਕੀਤੀਆਂ, ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਗਿਆ ਕਿ ਇਹ ਕਾਨੂੰਨ ਬਿਲਕੁਲ ਕਾਲਾ ਹੈ, ਯਾਨੀ ਇਕੱਲਾ ਦਾਲ 'ਚ ਕਾਲਾ ਨਹੀਂ ਹੈ, ਪੂਰੀ ਦਾਲ ਹੀ ਕਾਲੀ ਹੈ। ਲੇਕਿਨ ਕਿਉਂਕਿ ਉਦਯੋਗਪਤੀਆਂ ਦਾ ਦਬਾਅ ਸਰਕਾਰ ਦੇ ਉੱਤੇ ਹੈ, ਇਸ ਲਈ ਅੱਜ ਵੀ ਸਰਕਾਰ ਦੇ ਜਿਹੜੇ ਬੜੇ ਮੰਤਰੀ ਨੇ ਉਹ ਪਾਰਲੀਮੈਂਟ 'ਚ ਖੜੇ ਹੋ ਕੇ ਇਹ ਕਹਿ ਰਹੇ ਵੀ ਇਹਦੇ 'ਚ ਕਾਲਾ ਕੀ ਹੈ। ਦੇਖੋ ਇੱਕ ਆਮ ਜੀ ਮੈਂ ਮਿਸਾਲ ਦੇਣਾ ਚਾਹੁੰਦਾ ਕਿ ਮੈਂ ਅਗਰ ਦੁਕਾਨਦਾਰ ਹਾਂ ਤੇ ਗਵਰਨਮੈਂਟ ਵੱਲੋਂ ਮੇਰੇ ਤੇ ਕੋਈ ਪਾਬੰਦੀ ਨਹੀਂ ਹੈ ਕਿ ਮੈਂ ਆਪਣਾ ਸਮਾਨ ਉਧਾਰ ਵੇਚਾਂ, ਆਪਣਾ ਸਮਾਨ ਕਿਸ਼ਤਾਂ ਤੇ ਵੇਚਾਂ, ਆਪਣਾ ਸਮਾਨ ਆਨਲਾਈਨ ਵੇਚ ਦੇਵਾਂ, ਭਾਵੇਂ ਕਿਸੇ ਨੂੰ ਮੈਂ ਫ੍ਰੀ ਦੇ ਦੇਵਾਂ। ਤੇ ਇਸੇ ਤਰ੍ਹਾਂ ਇੱਕ ਕਿਸਾਨ ਹੈ ਜਿਹੜਾ ਅੱਜ ਤੱਕ ਤਾਂ ਆਜ਼ਾਦ ਸੀਗਾ, ਲੇਕਿਨ ਹੁਣ ਨਵੇਂ ਕਾਨੂੰਨ ਦੇ ਤਹਿਤ ਗਵਰਨਮੈਂਟ ਕਹਿੰਦੀ ਹੈ ਕਿ ਤੁਹਾਨੂੰ MSP ਦੀ ਜ਼ਰੂਰਤ ਨਹੀਂ, ਲੇਕਿਨ ਜਦ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਸਰਕਾਰ ਨੇ ਕਿਹਾ MSP ਬਹਾਲ ਰਹੇਗੀ, ਔਰ ਫਿਰ ਸਰਕਾਰ ਕਹਿੰਦੀ MSP ਵਧਾ ਦਾਂਗੇ। ਅਗਰ ਤੁਸੀਂ ਇੰਨੇ ਹੀ ਪਿਆਰੇ ਸੀ ਤੇ ਤੁਸੀਂ ਆਪਣੀ ਗੱਲ ਦੇ ਉੱਤੇ ਪਹਿਲਾਂ ਖਰੇ ਕਿਉਂ ਰਹੇ? ਅਮੈਂਡਮੈਂਟ ਦੀ ਗੱਲ ਜਦੋਂ ਆ ਗਈ ਤੇ ਇਹਦਾ ਮਤਲਬ ਹੈ ਕਾਨੂੰਨ ਜਿਹੜਾ ਹੈ ਕਾਲਾ ਹੈ। ਉਸ ਤੋਂ ਬਾਅਦ ਫਿਰ ਸਰਕਾਰ ਨੇ ਕਿਹਾ ਕਿ ਖੇਤੀ 'ਚ ਜਿਹੜੇ ਲੋਕ ਖੇਤੀ ਕਰਦੇ ਆ ਉਹਨਾਂ ਨੂੰ ਮੰਡੀ ਜਾਣ ਦੀ ਜ਼ਰੂਰਤ ਨਹੀਂ ਹੈ, ਆੜਤੀਆਂ ਦਾ ਸਿਸਟਮ ਅਸੀਂ ਖ਼ਤਮ ਕਰ ਦੇਵਾਂਗੇ। ਦੇਖੋ ਜਦ ਆੜਤੀਆਂ ਦਾ ਸਿਸਟਮ ਖ਼ਤਮ ਕਰੋਗੇ, ਬਿਲਕੁਲ ਇੱਦਾਂ ਆ ਜਾਓ ਜਿੱਦਾਂ ਮੋਬਾਈਲ ਕੰਪਨੀ ਹੈ, ਜਿੰਨੇ ਮੋਬਾਈਲ ਚਾਹੇ ਉਹ ਐਪਲ ਦਾ ਹੋਏ, ਚਾਹੇ ਓਪੋ ਦਾ ਹੋਏ, ਚਾਹੇ ਵੀਵੋ ਦਾ ਹੋਏ, ਸਾਰੇ ਮੋਬਾਈਲ ਚਾਈਨਾ 'ਚ ਬਣਦੇ ਪਏ, ਚਾਈਨਾ ਹੀ ਉਹਨਾਂ ਦਾ ਮਾਲਕ ਹੈ, ਚਾਈਨਾ ਹੀ ਉਹਨਾਂ ਨੂੰ ਵੇਚ ਰਿਹਾ। ਹੁਣ ਅਸੀਂ ਮੋਬਾਈਲ ਖਰੀਦਣ ਜਾਈਏ, ਖਰੀਦਣਾ ਚਾਈਨਾ ਦਾ ਹੀ ਪੈਣਾ, ਭਾਵੇਂ 1.5 ਲੱਖ ਦਾ ਖਰੀਦੀਏ, ਭਾਵੇਂ 500 ਰੁਪਏ ਵਾਲਾ ਖਰੀਦੀਏ। ਉਹੀਓ ਕੰਮ ਹੁਣ ਇਹ ਕਿਸਾਨਾਂ ਦੇ ਨਾਲ ਕਰਨਾ ਚਾਹੁੰਦੇ ਕਿ ਅੰਡਾਨੀ ਅੰਬਾਨੀਆਂ ਦੀਆਂ ਜਿਹੜੀਆਂ ਅੱਗੇ ਕੰਸਰਨ ਕੰਪਨੀਜ਼ ਨੇ, ਕੰਪਨੀਆਂ ਉਹਨਾਂ 2 ਬੰਦਿਆਂ ਦੀਆਂ ਹੀ ਹੋਣਗੀਆਂ। ਅੱਗੇ 100 ਕੰਪਨੀਆਂ ਬਣਾ ਲਈਆਂ, ਹੁਣ ਕਿਸਾਨ ਕਿੱਥੇ ਜਾਏਗਾ? ਮੰਡੀ 'ਚ ਨਹੀਂ ਜਾ ਸਕਦਾ। ਜਿਹੜਾ ਬੰਦਾ ਉਹਦੇ ਨਾਲ ਆ ਰਿਹਾ, ਡੀਲਿੰਗ ਕਰ ਰਿਹਾ, ਇੱਕ ਕੰਪਨੀ ਨੇ ਜਿਹੜੀ ਗੱਲ ਤੈਅ ਕਰਤੀ, ਦੂਜਾ ਐਗਜ਼ੈਕਟਿਵ ਜਿਹੜਾ ਹੈ ਉਹ ਚਾਹੇਗਾ ਕਿ ਇਹਦੇ ਤੋਂ ਹੀ ਆਵੇ, ਉੱਧਰ ਵੀ ਜਾਂਦਾ ਤੇ 2 ਰੁਪਏ ਘਾਟੇ ਦੇ ਵਿੱਚ ਹੀ ਜਾਏਗਾ। ਤਾਂ ਕਿਸਾਨ ਤਾਂ ਆਪਣੀ ਜਗ੍ਹਾ ਫਸ ਗਿਆ। ਹੁਣ ਇਹ ਅਸੀਂ ਜਿਹੜਾ ਫਸ ਗਏ ਹਾਂ ਮਿੱਟੀ ਦੇ ਵਿੱਚ, ਅਸੀਂ ਸਰਕਾਰ ਨੂੰ ਕਹਿੰਦੇ ਪਏ ਕਿ ਜੀ ਅਸੀਂ ਫਸ ਗਏ, ਅਸੀਂ ਇਸ ਕਾਨੂੰਨ ਨੂੰ ਚੰਗਾ ਨਹੀਂ ਸਮਝਦੇ, ਅਸੀਂ ਇਸ ਕਾਨੂੰਨ ਨੂੰ ਨਹੀਂ ਅਪਣਾਉਣਾ ਚਾਹੁੰਦੇ। ਸਰਕਾਰ ਨੂੰ ਚਾਹੀਦਾ ਜਿਨ੍ਹਾਂ ਦੇ ਲਈ ਕਾਨੂੰਨ ਬਣਾਇਆ, ਅਗਰ ਉਹੀ ਕਾਨੂੰਨ ਨੂੰ ਨਹੀਂ ਅਪਣਾਉਣਾ ਚਾਹੁੰਦੇ, ਫਿਰ ਤੁਸੀਂ ਧੱਕੇ ਨਾਲ ਉਹਨਾਂ ਦੇ ਉੱਤੇ ਕਿਉਂ ਥੋਪ ਰਹੇ ਹੋ? ਕਾਨੂੰਨ ਨੂੰ ਬਦਲ ਦਿਓ। ਔਰ ਜਦ ਜਿਹੜਾ ਕਿਸਾਨਾਂ ਨੇ ਤੁਹਾਡੀ ਇੰਨੀ ਤੁਹਾਡੇ ਮੁਤਾਬਕ, ਗੋਦੀ ਮੀਡੀਆ ਦੇ ਮੁਤਾਬਕ ਵੀ ਇਹ ਕਿਸਾਨਾਂ ਨੇ ਬੜੀ ਗਲਤ ਕੰਮ ਕੀਤਾ ਉੱਥੇ ਧਰਨਾ ਦੇ ਕੇ ਜਾਂ ਲਾਲ ਕਿਲੇ ਤੇ ਜਾ ਕੇ, ਤੇ ਮੈਂ ਸਮਝਦਾ ਇਹਦੀ ਸਜ਼ਾ ਵੀ ਇਹੀ ਹੋਣੀ ਚਾਹੀਦੀ ਕਿ ਤੁਸੀਂ ਜਿਹੜੇ ਕਿਸਾਨਾਂ ਦੇ ਫਾਇਦੇ ਲਈ ਕਾਨੂੰਨ ਬਣਾਏ ਉਹ ਰੱਦ ਕਰ ਦਿਓ ਜੀ, ਅਸੀਂ ਤੁਹਾਨੂੰ ਫਾਇਦਾ ਨਹੀਂ ਦੇਣਾ ਚਾਹੁੰਦੇ। ਤੁਸੀਂ ਸਿੰਘੂ ਬਾਰਡਰ ਜਾ ਕੇ ਆਏ ਹੋ, ਅਕਸਰ ਅਸੀਂ ਸੁਣਦੇ ਰਹਿੰਦੇ ਸੀ ਕਿ ਜਿਹੜੇ ਪੋਲੀਟੀਕਲ ਲੀਡਰਸ ਹੁੰਦੇ ਨੇ ਉਹ ਆਮ ਲੋਕਾਂ ਦੇ ਵਿੱਚ ਧਰਮਾਂ ਨੂੰ ਲੈ ਕੇ ਵੰਡ ਪਾਉਂਦੇ ਨੇ, ਯਾਨੀ ਕਿ ਧਰਮ ਦੇ ਨਾਮ ਤੇ, ਜਾਤੀ ਦੇ ਨਾਮ ਤੇ ਜਿਹੜੀਆਂ ਲੜਾਈਆਂ ਪਵਾਈਆਂ ਜਾਂਦੀਆਂ ਸੀ। ਮੈਨੂੰ ਲੱਗਦਾ ਇਸ ਅੰਦੋਲਨ ਦਾ ਅਸੀਂ ਇੰਨਾ ਕੁ ਸ਼ੁਕਰ ਕਰੀਏ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਹੁਣ ਬਹੁਤ ਪਿੱਛੇ ਛੱਡ ਦਿੱਤਾ ਜੀ। ਮੈਂ ਉੱਥੇ ਸੰਗੂ ਵੀ ਇਸ ਗੱਲ ਨੂੰ ਨੋਟ ਕੀਤਾ, ਤੇ ਪੰਜਾਬ 'ਚ ਤਾਂ ਕਿਉਂਕਿ ਪੰਜਾਬੀ ਜਿਹੜੇ ਨੇ ਜਿੰਨੇ ਵੀ ਹੋਣ, ਚਾਹੇ ਉਹ ਸਿੱਖ ਹੋਣ, ਚਾਹੇ ਹਿੰਦੂ ਹੋਣ, ਮੁਸਲਮਾਨ ਹੋਣ, ਚਾਹੇ ਦਲਿਤ ਭਰਾ ਹੋਣ, ਪੰਜਾਬ ਦੀ ਮਿੱਟੀ 'ਚ ਤਾਂ ਸ਼ੁਰੂ ਤੋਂ ਹੀ ਫਿਰਕਾ ਪ੍ਰਸਤੀ ਜਿਹੜੀ ਹੈ ਉਹ ਨਹੀਂ ਰਹੀ। ਹੁਣ ਹੀ ਤੁਸੀਂ ਗਾਜ਼ੀਪੁਰ ਨੂੰ ਅਗਰ ਦੇਖੋਗੇ, ਗਾਜ਼ੀਪੁਰ ਦਾ ਜਿਹੜਾ ਬਾਰਡਰ ਹੈ ਉੱਥੇ 2013 ਦੇ ਵਿੱਚ ਜਿਹੜੇ ਲੋਕ ਆਪਸ ਦੇ ਵਿੱਚ ਲੜ ਪਏ ਸੀ, 2013 'ਚ ਕਿੰਨਾ ਮਸ਼ਹੂਰ ਹਾਲਾਤ ਖਰਾਬ ਹੋਏ ਉੱਥੇ ਦੇ, ਅੱਜ ਉਹੀ ਸਾਰੇ ਹਿੰਦੂ ਜਾਟ ਭਰਾ ਤੇ ਮੁਸਲਮਾਨ ਗੁੱਜਰ ਭਰਾ ਆਪਸ 'ਚ ਮੋਢੇ ਦੇ ਨਾਲ ਮੋਢਾ ਲਾ ਕੇ ਬੈਠੇ ਨੇ। ਇਸ ਅੰਦੋਲਨ ਤੋਂ ਬਾਅਦ ਇਹ ਦੇਖਣ ਦੇ ਵਿੱਚ ਆਇਆ, ਖਾਸ ਕਰ ਇਹ ਜਿਹੜਾ 26 ਜਨਵਰੀ ਗੁਜ਼ਰਿਆ, 26 ਜਨਵਰੀ ਨੂੰ ਮੈਂ ਸਮਝਦਾ ਹਾਂ ਕਿ ਉਹਦੇ ਬਾਅਦ ਟਕੈਤ ਨੇ ਜਿਸ ਹਿੰਮਤ ਦੇ ਨਾਲ, ਬਹਾਦਰੀ ਦੇ ਨਾਲ ਸਰਕਾਰ ਦੇ ਸਾਹਮਣੇ ਆਪਣਾ ਪੱਖ ਰੱਖਿਆ, ਔਰ ਉਹਦੇ ਆਂਸੂਆਂ ਨੇ ਸਮੂਹ ਧਰਮਾਂ ਦੇ ਲੋਕਾਂ ਨੂੰ ਮਜਬੂਰ ਕੀਤਾ ਹੈ ਕਿ ਉਹ ਕਿਸਾਨ ਅੰਦੋਲਨ ਦਾ ਸਾਥ ਦੇਣ। 26 ਨੂੰ ਜੋ ਹੋਇਆ ਉੱਥੇ, 26 ਦੀ ਹਿੰਸਾ ਕਹਿ ਲਓ ਜਾਂ 26 ਨੂੰ ਜੋ ਲਾਲ ਕਿਲੇ ਤੇ ਝੰਡਾ ਫਹਿਰਾਇਆ ਗਿਆ ਹੈ,
26 ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਸਵਾਲ ਖੜੇ ਹੋਏ ਨੇ। ਲੋਕਾਂ ਨੇ ਕਿਹਾ ਕਿ ਜੇ ਕਿਸਾਨ ਜਥੇਬੰਦੀਆਂ ਜ਼ਿੰਮੇਵਾਰੀ ਨਹੀਂ ਲੈ ਸਕਦੀਆਂ ਸੀ ਨੌਜਵਾਨਾਂ ਦੀਆਂ, ਤਾਂ ਬਾਰ-ਬਾਰ ਇਹ ਕਿਉਂ ਕਿਹਾ ਗਿਆ ਕਿ ਦਿੱਲੀ ਆਓ, ਵੱਧ ਤੋਂ ਵੱਧ ਦਿੱਲੀ ਆਓ, ਅੰਦੋਲਨ ਦਾ ਹਿੱਸਾ ਬਣੋ। ਜੋ ਵੀ ਲਾਲ ਕਿਲੇ ਤੇ ਹੋਇਆ, ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਆਪਣੇ ਹੱਥ ਖੜੇ ਕਰ ਲਏ ਨੇ ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਇਸ ਨੂੰ ਲੈ ਕੇ। ਤੁਸੀਂ ਜਿਹੜਾ 2 ਲੱਖ ਬੰਦੇ ਦੇ ਨਾਲ ਇੱਕ ਪੈਦਲ ਮਾਰਚ ਕੱਢਣ ਦਾ ਇੱਕ ਨਿਰਣਾ ਲਿੱਤਾ ਹੈ, ਬੜੀ ਜਲਦੀ ਅਸੀਂ ਦੇਖਾਂਗੇ, ਉਸ ਦਾ ਅਸਰ ਦੇਖਾਂਗੇ। ਤੁਹਾਨੂੰ ਕੀ ਲੱਗਦਾ ਹੈ ਕਿ ਅਕਸਰ ਕਿਹਾ ਜਾਂਦਾ ਹੈ ਭੀੜ ਦੀ ਇੱਕ ਵਿਚਾਰਧਾਰਾ ਨਹੀਂ ਹੁੰਦੀ, ਵੱਖ-ਵੱਖ ਵਿਚਾਰਧਾਰਾ ਦੇ ਲੋਕ ਹੁੰਦੇ ਨੇ, ਉਹਨਾਂ 2 ਲੱਖ ਲੋਕਾਂ ਨੂੰ ਆਪਣੇ ਨਾਲ ਲੈ ਕੇ ਤੁਰਨਾ ਤੇ ਸਿਰਫ ਉਹੀ ਕਰਨਾ ਜੋ ਤੁਸੀਂ ਕਾਲ ਦੇ ਰਹੇ ਹੋ ਜਾਂ ਜੋ ਤੁਸੀਂ ਹੁਕਮ ਦਿੱਤੇ ਨੇ? ਇੱਦਾਂ ਹੈ ਕਿ ਲੁਧਿਆਣਾ ਜਾਮਾ ਮਸਜਿਦ ਦਾ ਅਗਰ ਤੁਸੀਂ ਇਤਿਹਾਸ ਦੇਖੋਗੇ, ਪਿਛਲੇ 300 ਸਾਲ ਤੋਂ, ਅੰਗਰੇਜ਼ ਦੇ ਸਮੇਂ ਤੋਂ ਇਹ ਸਰਵ ਧਰਮਾਂ ਦੇ ਲੋਕਾਂ ਦਾ ਪ੍ਰਤੀਕ ਰਹੀ ਹੈ। ਔਰ ਪਹਿਲੀ ਦਫਾ ਐਸਾ ਕੋਈ ਐਜੀਟੇਸ਼ਨ ਨਹੀਂ, ਇਹ ਤੋਂ ਪਹਿਲਾਂ ਵੀ ਅਸੀਂ ਤਕਰੀਬਨ 2-2 ਲੱਖ ਲੋਕਾਂ ਦੀਆਂ ਕਈ ਰੈਲੀਆਂ ਜਿਹੜੀਆਂ ਲੁਧਿਆਣਾ ਜਾਮਾ ਮਸਜਿਦ ਤੋਂ ਨਿਕਲ ਚੁੱਕੀਆਂ। ਮੈਂ ਸਮਝਦਾ ਹਾਂ ਕਿ ਲੀਡਰ ਹੀ ਉਹੀ ਹੈ ਜਿਹੜਾ ਕਿ ਉਹਦੇ ਮੰਨਣ ਵਾਲੇ ਜਾਂ ਉਹਦੀ ਪੈਰਵੀ ਕਰਨ ਵਾਲੇ ਲੋਕ ਜਿਹੜੇ ਨੇ ਉਹਦੇ ਹੁਕਮ ਦੇ ਮੁਤਾਬਕ ਚੱਲਣ। ਅਗਰ ਲੀਡਰ ਕਹਿ ਰਿਹਾ ਚੱਲਣਾ ਹੈ ਤਾਂ ਚੱਲਣਾ, ਅਗਰ ਉਹ ਕਹਿ ਰਿਹਾ ਰੁਕਣਾ ਹੈ ਤਾਂ ਰੁਕਣਾ। ਮੈਂ ਇੱਕ ਗੱਲ ਕਹੀ ਵੀ ਸੀ, ਸੋਸ਼ਲ ਮੀਡੀਆ 'ਤੇ ਕੁਛ ਲੋਕਾਂ ਨੇ ਪੋਸਟਾਂ ਪਾਉਣ ਲੱਗ ਗਏ ਕਿ ਇਹ ਅੰਦੋਲਨ ਹੁਣ ਬਹੁਤ ਵੱਡਾ ਹੋ ਗਿਆ, ਹੁਣ ਇਹਨੂੰ ਲੀਡਰਾਂ ਦੀ ਲੋੜ ਨਹੀਂ, ਇਹ ਸਾਰਾ ਜਨਤਾ ਦੇ ਹੱਥ ਚਲਾ ਗਿਆ। ਅਤੇ ਮੈਂ ਇਹਨੂੰ ਘਾਤਕ ਸਮਝਿਆ ਉਦਣ ਵੀ ਕਿ ਜਿਹੜੇ ਲੋਕ ਐਸੀ ਗੱਲ ਲਿਖਦੇ ਪਏ ਨੇ ਕਿ ਉਹ ਘਾਤਕ ਗੱਲ ਹੈ। ਦੇਖੋ, ਕੋਈ ਵੀ ਚਾਹੇ ਪੰਥ ਹੋਏ, ਚਾਹੇ ਕੋਈ ਮਜ਼ਹਬ ਹੋਏ, ਚਾਹੇ ਕੋਈ ਧਰਮ ਹੋਏ, ਚਾਹੇ ਸੰਸਥਾ, ਹੱਤਾਂ ਕਿ ਘਰ ਵੀ ਕਿਉਂ ਨਹੀਂ ਹੈ, ਜਦ ਤੱਕ ਅਸੀਂ ਕਿਸੇ ਨੂੰ ਇੱਕ ਨੂੰ ਬੜਾ ਨਹੀਂ ਮੰਨਾਂਗੇ। ਇਹ 26 ਜਨਵਰੀ 'ਚ ਜੋ ਹੋਇਆ ਮੰਦਭਾਗਾ ਸੀ, ਲੇਕਿਨ ਇਸ 26 ਜਨਵਰੀ ਦੇ ਹਾਲਾਤ ਤੋਂ ਬਾਅਦ ਸ਼੍ਰੀ ਟਕੈਤ ਦੀ ਸ਼ਕਲ 'ਚ ਕਿਸਾਨਾਂ ਨੂੰ ਜਿਹੜਾ ਬਾਪੂ ਮਿਲਿਆ, ਮੈਂ ਫਿਰ ਸਮੂਹ ਕਿਸਾਨ ਬੱਤੀ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਦਾ, ਮੈਂ ਕਿ ਟਕੈਤ ਸਾਹਿਬ ਨੂੰ ਕਦੀ ਮਿਲਿਆ ਨਹੀਂ, ਨਾ ਹੀ ਮੈਂ ਉਹਨਾਂ ਦੇ ਕੋਲ ਗਿਆ, ਲੇਕਿਨ ਜੋ ਉਹਨਾਂ ਨੇ ਕਿਰਦਾਰ ਕਿਸਾਨਾਂ ਦੇ ਲਈ ਅਦਾ ਕੀਤਾ ਹੈ, ਤੇ ਮੈਂ ਜਥੇਬੰਦੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਉਹ ਇੱਕ ਬਾਪੂ ਬਣ ਕੇ ਕਿਸਾਨਾਂ ਦਾ ਸਾਹਮਣੇ ਆਇਆ ਹੈ ਕਿ ਹੁਣ ਇੱਕ ਬੰਦੇ ਨੂੰ ਆਪਣਾ ਲੀਡਰ ਬਣਾ ਕੇ ਅੱਗੇ ਚੱਲਣਾ। ਤੁਸੀਂ ਕਹਿ ਰਹੇ ਹੋ ਕਿ ਜੋ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਕਿ ਜਥੇਬੰਦੀਆਂ ਦੀ ਲੋੜ ਨਹੀਂ ਹੈਗੀ, ਲੀਡਰਾਂ ਦੀ ਲੋੜ ਨਹੀਂ ਹੈਗੀ, ਤੁਸੀਂ 26 ਦੀ ਘਟਨਾ ਤੋਂ ਬਾਅਦ ਲੀਡਰਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਉਹਨਾਂ ਤੇ ਹੁਣ ਬੜੇ ਸਵਾਲ ਖੜੇ ਹੋਏ? ਬਿਲਕੁਲ, ਮੈਂ ਇਹ ਸਮਝਦਾ ਕਿ ਦੇਖੋ, ਲੀਡਰਾਂ ਦਾ ਜਿੱਥੇ ਤੱਕ ਕਿਸਾਨ ਜਥੇਬੰਦੀਆਂ ਦੀ ਗੱਲ ਹੈ, ਕਿਸਾਨ ਜਥੇਬੰਦੀਆਂ ਆਪਣੇ ਤੈਅ ਮੁਤਾਬਕ ਰੂਟ ਦੇ ਉੱਤੇ ਹੀ ਸੀਗੀਆਂ, ਉਹ ਆਪਣੇ ਰੂਟ ਤੋਂ ਨਹੀਂ ਹਟੀਆਂ। ਉਹਨਾਂ ਦੇ ਨਾਲ ਸੰਸਥਾਵਾਂ 'ਚ ਜਿਹੜੇ ਲੋਕ ਸੀਗੇ ਉਹ ਬਿਲਕੁਲ ਉਸੇ ਰੂਟ 'ਤੇ ਸੀ। ਮੈਂ ਸਮਝਦਾ ਇਹ 'ਚ ਕਿਤੇ ਨਾ ਕਿਤੇ ਸਰਕਾਰ ਨੇ ਔਰ ਕੁਝ ਲੋਕਾਂ ਨੇ ਫਰੈਂਡਲੀ ਮੈਚ ਜਿਹੜਾ ਹੈ ਖੇਲਿਆ, ਔਰ ਉਹ ਮੈਚ ਬਕਾਇਦਾ ਫਿਲਮ ਵਾਂਗੂ ਡਾਇਰੈਕਟ ਕੀਤਾ ਗਿਆ। ਉਹਦਾ ਮਕਸਦ 2 ਟੀਚੇ ਉਹਨਾਂ ਦੇ ਸਾਹਮਣੇ ਸੀਗੇ ਕਿ ਇੱਕ ਸਿੱਖ ਪੰਥ ਨੂੰ, ਦੂਸਰਾ ਇਸ ਅੰਦੋਲਨ ਨੂੰ ਬਦਨਾਮ ਕੀਤਾ ਜਾਏ, ਔਰ ਉਹਦੇ ਲਈ ਗੋਦੀ ਮੀਡੀਆ ਜਿਹੜਾ ਉਹ ਪਹਿਲਾਂ ਤੋਂ ਤਿਆਰ ਸੀਗਾ, ਯਾਨੀ ਪਹਿਲਾਂ ਤੋਂ ਹੀ ਪੂਰੀ ਸਕ੍ਰਿਪਟ ਲਿਖ ਦਿੱਤੀ ਜਾ ਚੁੱਕੀ ਸੀ ਕਿ ਅਗਰ 5-7 ਬੰਦੇ ਡੰਡੇ ਲੈ ਕੇ ਆਉਣ ਅਤੇ 25-30-50 ਸਿਪਾਹੀ ਜਿਹੜੇ ਉੱਥੋਂ ਡਰ ਕੇ ਛਾਲਾਂ ਮਾਰ ਦੇਣ ਥੱਲੇ ਨੂੰ, ਅਤੇ ਉਹ ਪੂਰੀ ਯਾਨੀ ਫਿਲਮ ਪਹਿਲਾਂ ਹੀ ਤਿਆਰ ਕੀਤੀ ਗਈ। ਇਹ ਇੱਕ ਐਸਾ ਘਿਨਾਉਣਾ ਪਾਰਟ ਹੈ ਪੱਤਰਕਾਰਿਤਾ ਦਾ ਆਪਣੇ ਹੀ ਦੇਸ਼ ਦੇ ਲੋਕਾਂ ਦੇ ਖਿਲਾਫ, ਜਿਹੜਾ ਕਿ ਇਤਿਹਾਸ 'ਚ ਅਫਸੋਸਨਾਕ ਤਰੀਕੇ ਨਾਲ ਲਿਖਿਆ ਜਾਏਗਾ। ਮੈਂ ਕਹਿਣਾ ਚਾਹੁੰਦਾ ਸਾਰੇ ਲੋਕਾਂ ਨੂੰ ਕਿ ਵੀ ਜਿਹੜਾ ਐਸਾ ਮੀਡੀਆ ਜਿਹੜਾ ਕਿ ਆਪਣੇ ਹੀ ਦੇਸ਼ ਦੀ ਜਨਤਾ ਨੂੰ ਗਲਤ ਸ਼ਕਲ ਦੇ ਕੇ ਪੇਸ਼ ਕਰਨਾ ਚਾਹੁੰਦਾ ਹੈ, ਕਿ ਉਹਦਾ ਮੁਕਾਬਲਾ ਸੋਸ਼ਲ ਮੀਡੀਆ ਦੇ ਜ਼ਰੀਏ ਦੱਬ ਕੇ ਕਰਨਾ ਚਾਹੀਦਾ ਹੈ। ਸਰਕਾਰ ਦੇ ਖਿਲਾਫ ਹੁਣ ਆਵਾਜ਼ ਹੋਰ ਬੁਲੰਦ ਹੁੰਦੀ ਜਾ ਰਹੀ ਹੈ। ਉੱਥੇ ਜਿਹੜੀ ਕੰਕਰੀਟ ਬੈਰੀਕੇਡਿੰਗ ਸੀ, ਜਾਂ ਕਹਿ ਲਓ ਕਿ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ, ਤਾਂ ਹੋਰ ਵੀ ਸਾਡੇ ਪੱਕੇ ਇਰਾਦੇ ਤੇ ਸਰਕਾਰ ਦਾ ਡਰ ਜ਼ਰੂਰ ਸਾਹਮਣੇ ਆਇਆ। ਜੀ ਬਿਲਕੁਲ, ਮੈਂ ਇਹ ਸਮਝਦਾ ਜਿਸ ਤਰ੍ਹਾਂ ਬੈਰੀਕੇਡਿੰਗ ਜ਼ਿਆਦਾ ਹੋਈ, ਕੰਕਰੀਟ ਲੱਗਣ ਲੱਗ ਪਏ, ਕਿੱਲਾਂ ਗੱਡ ਦਿੱਤੀਆਂ ਗਈਆਂ, ਜਦ ਵੀ ਕੋਈ ਬੜਾ ਆਦਮੀ ਜਿਹੜਾ ਹੈ ਉਹ ਇੱਦਾਂ ਦਾ ਕੋਈ ਕੰਮ ਕਰਦਾ ਹੈ ਅਤੇ ਸਾਡੀ ਅਦਬੀ ਜ਼ੁਬਾਨ 'ਚ ਕਿਹਾ ਜਾਂਦਾ ਕਿ ਉਹ ਥੋੜ੍ਹਾ ਘਬਰਾ ਗਿਆ ਹੈ। ਸਰਕਾਰ ਇਸ ਅੰਦੋਲਨ ਨੂੰ, ਕਿਉਂਕਿ 26 ਤੋਂ ਬਾਅਦ ਇਹ ਅੰਦੋਲਨ ਪੂਰਾ ਜ਼ਿਆਦਾ ਦੇਸ਼ ਵਿਆਪੀ ਹੋ ਗਿਆ, ਦੇਸ਼ ਵਿਆਪੀ ਪਹਿਲਾਂ ਵੀ ਸੀਗਾ ਲੇਕਿਨ ਹੁਣ ਪਹਿਲਾਂ ਨਾਲੋਂ ਵੱਧ ਗਿਆ ਹੈ। ਤੁਸੀਂ ਦੇਖੋ ਨਾ, ਬਤੌਰ ਇੱਕ ਆਮ ਭਾਰਤੀ ਦੇ, ਇੱਕ ਮੁਸਲਮਾਨ ਹੋਣ ਦੇ ਨਾਤੇ ਮੇਰੇ ਦਿਲ 'ਚ ਇਹ ਆਇਆ ਕਿ ਨਹੀਂ, ਸਾਨੂੰ ਉੱਥੇ ਜਾਣਾ ਚਾਹੀਦਾ। ਇੱਦਾਂ ਹੀ ਹਰੇਕ ਸ਼ਹਿਰੀ, ਭਾਵੇਂ ਉਹ ਲੁਧਿਆਣੇ 'ਚ ਵੱਸਦਾ ਹੈ, ਭਾਵੇਂ ਉਹ ਯੂਪੀ 'ਚ ਵੱਸਦਾ ਹੈ, ਭਾਵੇਂ ਹਰਿਆਣੇ 'ਚ ਵੱਸਦਾ ਹੈ, ਉਹਦੇ ਦਿਲ 'ਚ ਕਿਤੇ ਨਾ ਕਿਤੇ ਇਹ ਗੱਲ ਹੈ ਕਿ ਕਿਸਾਨਾਂ ਦੀ ਆਵਾਜ਼ ਜਿਹੜੀ ਹੈ ਸੁਣੀ ਜਾਣੀ ਚਾਹੀਦੀ। ਮੈਂ ਕੇਂਦਰ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਥਰੂ ਕਿ ਕੋਈ ਵੀ ਅੰਦੋਲਨ ਜਿਹੜਾ ਹੈ ਉਹਨੂੰ ਬਲ ਪ੍ਰਯੋਗ ਦੇ ਜ਼ਰੀਏ ਰੋਕਿਆ ਨਹੀਂ ਜਾ ਸਕਦਾ। ਜਦ ਵੀ ਕਦੀ ਤਾਕਤ ਦਾ ਇਸਤੇਮਾਲ ਹੋਊਗਾ ਉਹ ਆਵਾਜ਼ ਹੋਰ ਵੱਧ ਜਾਏਗੀ। ਤੁਸੀਂ ਅਗਰ ਇਹਨਾਂ ਹੀ ਕਿਸਾਨਾਂ ਦੇ ਨਾਲ ਬੈਠ ਕੇ ਗੱਲ ਕਰੋਗੇ, ਵਾਰਤਾ ਜਿਹੜੀ ਹੈ ਉਹ ਹਮੇਸ਼ਾ ਹੋਣੀ ਚਾਹੀਦੀ ਹੈ। ਤੁਸੀਂ ਇਹ ਦੇਖੋ, ਮੁਗਲ ਸਰਕਾਰ ਦੇ ਔਰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਮਿਆਨ ਕਿੰਨੀਆਂ ਜੰਗਾਂ ਹੋਈਆਂ, ਉਹਦੇ ਬਾਵਜੂਦ ਇੱਕ ਜਗ੍ਹਾ ਵਾਰਤਾ 'ਤੇ ਵੀ ਗੱਲ ਪਹੁੰਚਦੀ ਹੈ ਕਿ ਜੀ ਅਸੀਂ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਅਤੇ ਸਾਨੂੰ, ਸਾਡਾ ਤਾਂ ਸੱਭਿਆਚਾਰ, ਸਾਡਾ ਸਮਾਜ ਇਹ ਸੀਖ ਦਿੰਦਾ ਹੈ ਕਿ ਅਸੀਂ
ਪਹਿਲਾਂ ਗੱਲਬਾਤ ਕਰਨ ਨੂੰ ਪਹਿਲ ਦਿੰਦੇ ਆ। ਅਸੀਂ ਇਸ ਹੱਕ ਦੇ ਵਿੱਚ ਨਹੀਂ ਹੈ ਕਿ ਜ਼ੋਰ ਜ਼ਬਰਦਸਤੀ ਕੀਤੀ ਜਾਏ। ਔਰ ਕਿਸਾਨ ਤਾਂ ਖਾਸ ਕਰ ਪਿਛਲੇ 2 ਮਹੀਨੇ ਤੋਂ ਦੇਖੋ ਸੰਘੂ ਬਾਰਡਰ ਤੇ ਕੋਈ ਵੀ ਹਿੰਸਾ ਨਹੀਂ ਹੋਈ ਹੈ। ਕਿਸੇ ਕਿਸਾਨ ਨੇ, ਕਿਸੇ ਵੀ ਪੰਜਾਬ ਤੋਂ ਜਾਣ ਵਾਲੇ ਨੇ, ਹਰਿਆਣੇ ਦੇ ਵੀਰਾਂ ਨੇ ਉੱਥੇ ਦੇ ਕਿਸੇ ਲੋਕਲ ਬੰਦੇ ਨੂੰ ਤੰਗ ਨਹੀਂ ਕੀਤਾ, ਕਿਸੇ ਨੂੰ ਉਫ ਤੱਕ ਨਹੀਂ ਕਿਹਾ ਗਿਆ, ਕੋਈ ਕਿਸੇ ਨੇ ਮੱਧਭਾਗੀ ਗੱਲ ਕਿਸੇ ਪੜੋਸੀ ਦੇ ਨਾਲ ਨਹੀਂ ਕੀਤੀ। ਲੋਕ ਇਸ ਗੱਲ ਦੇ ਗਵਾਹ ਨੇ ਕਿ ਵੀ ਕਿਸਾਨ ਅੰਦੋਲਨ ਸ਼ਾਂਤਮਈ ਹੈ। ਲੇਕਿਨ ਦੂਸਰੇ ਪਾਸੇ ਗੋਦੀ ਮੀਡੀਆ ਜਿਹੜਾ ਇਸ ਅੰਦੋਲਨ ਨੂੰ ਬਦਨਾਮ ਕਰਨ ਲਈ ਪੂਰਾ ਜ਼ੋਰ ਲਾ ਰਿਹਾ। ਪਰ ਸ਼ਾਂਤਮਈ ਆ ਤਾਂ ਵੀ 120 ਨੌਜਵਾਨ ਤਿਹਾੜ ਜੇਲ੍ਹ 'ਚ ਬੰਦ ਨੇ। ਹਾਂ, ਤਾਂ ਉਹ ਤਾਂ 26 ਜਨਵਰੀ ਨੂੰ ਜਦ ਜਿਹਨਾਂ ਰੂਟਾਂ 'ਤੇ ਕਿਸਾਨਾਂ ਨੇ ਜਾਣਾ ਸੀਗਾ ਉਹਨਾਂ ਦੇ ਰੂਟ ਹੀ ਆਟੋਮੈਟਿਕ ਬਦਲ ਦਿੱਤੇ ਗਏ। ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਜਿੰਨੇ ਵੀ ਲੋਕ ਰਹਿੰਦੇ ਪੂਰੀ ਦੁਨੀਆ 'ਚ ਹੀ ਅੱਜ ਕੱਲ੍ਹ ਤਾਂ ਇੰਨਾ ਅੱਛਾ ਸਿਸਟਮ ਹੈ ਪੁਲਿਸ ਦਾ ਕਿ ਮੈਂ ਸਮਝਦਾ ਕਿ ਤੁਸੀਂ ਦੱਸੋ ਕਿ ਬਿਨਾਂ ਪੁਲਿਸ ਦੀ ਰਜ਼ਾਮੰਦੀ ਦੇ ਕੀ ਤੁਸੀਂ ਬੈਰੀਕੇਡਿੰਗ ਖੋਲ੍ਹ ਕੇ ਜਾ ਸਕਦੇ ਹੋ ਦੂਸਰੀ ਜਗ੍ਹਾ? ਕੈਮਰਿਆਂ 'ਚ ਨਜ਼ਰ ਆ ਰਿਹਾ ਕਿ ਜਿਹੜੀ ਬੈਰੀਕੇਡਿੰਗ ਉਹਨਾਂ ਲੋਕਾਂ ਨੇ ਖੋਲ੍ਹੀ ਜਿਹੜੇ ਲਾਲ ਕਿਲ੍ਹੇ ਤੱਕ ਗਏ, ਉਹਨਾਂ ਬੈਰੀਅਰਾਂ ਦੇ ਉੱਤੇ ਕੋਈ ਬੜਾ ਪੁਲਿਸ ਬਲ ਜਿਹੜਾ ਹੈ ਉਹ ਮੌਜੂਦ ਨਹੀਂ ਸੀ। ਗਣਤੰਤਰ ਦਿਵਸ ਵਾਲੇ ਦਿਨ ਐਡਾ ਵੱਡਾ ਦਿਨ ਹੈ, ਉਸ ਦਿਨ ਈਜ਼ੀਲੀ ਅਸੀਂ ਲਾਲ ਕਿਲ੍ਹੇ ਪਹੁੰਚ ਜਾਂਦੇ ਹਾਂ। ਅਦਰਵਾਈਜ਼ ਸਾਲ ਦੇ ਬਾਕੀ 364 ਦਿਨ ਨੇ ਜਿਹੜੇ ਉਦੋਂ ਨਹੀਂ ਜਾ ਸਕਦੇ ਅਸੀਂ, ਤਾਂ ਬੜੇ ਵੱਡੇ ਉਦੋਂ ਵੀ ਸਵਾਲ। ਬਸ ਹਾਂ, ਇਹੀ ਸਭ ਤੋਂ ਬੜਾ ਸਵਾਲ ਹੈ ਕਿ ਲਾਲ ਕਿਲ੍ਹਾ ਤਾਂ ਪੂਰੇ ਭਾਰਤ ਦੀ ਪ੍ਰਤਿਸ਼ਠਾ ਦਾ ਪ੍ਰਤੀਕ ਹੈ। ਉਹ ਦੇਸ਼ ਦਾ ਸਭ ਤੋਂ ਅਹਿਮ ਜਗ੍ਹਾ ਹੈ ਜਿੱਥੇ ਅਗਰ ਝੰਡਾ ਲਹਿਰਾਇਆ ਜਾਂਦਾ ਤਾਂ ਇਹਦਾ ਮਤਲਬ ਪੂਰੇ ਦੇਸ਼ ਦੇ ਵਿੱਚ ਝੰਡਾ ਲਹਿਰਾ ਦਿੱਤਾ ਗਿਆ। ਇਹ ਗੱਲ ਹਜ਼ਮ ਨਹੀਂ ਹੁੰਦੀ ਪਈ ਕਿ ਅੱਛਾ ਜੀ ਅਚਾਨਕ ਹਜ਼ਾਰਾਂ ਲੋਕੀ ਗਏ ਔਰ ਉਹ ਲਾਲ ਕਿਲ੍ਹੇ ਦੀ ਫੈਸਲ ਦੇ ਉੱਤੇ ਜਾ ਕੇ ਚੜ੍ਹ ਗਏ। ਇਹ ਮੁਮਕਿਨ ਨਹੀਂ ਹੈ ਤੇ ਕਿਤੇ ਨਾ ਕਿਤੇ 'ਚ ਜਾਂਚ ਦਾ ਵਿਸ਼ਾ ਜਿਹੜਾ ਉਹ ਖੜਾ ਰਹੇਗਾ। ਲੋਕ ਬੜਾ ਇਹ ਸੋਸ਼ਲ ਮੀਡੀਆ ਤੇ ਲਿਖ ਰਹੇ ਨੇ ਕਿ ਜਬ ਸਰਕਾਰ ਡਰਤੀ ਹੈ ਤਾਂ ਇੰਟਰਨੈਟ ਬੰਦ ਕਰਤੀ ਹੈ। ਤੁਹਾਨੂੰ ਲੱਗਦਾ ਇੰਟਰਨੈਟ ਬੰਦ ਕਰਕੇ ਸਾਡੇ ਤੇ ਕੋਈ ਅਸਰ ਹੋ ਜਾਣਾ ਜਾਂ ਅਸੀਂ ਆਪਣਾ ਅੰਦੋਲਨ ਖਤਮ ਕਰ ਲਾਂਗੇ? ਦੇਖੋ, ਇੰਟਰਨੈਟ ਤਾਂ ਅੱਜ ਆਇਆ ਜੀ। 1857 ਦੇ ਵਿੱਚ ਪੂਰਾ ਅੰਗਰੇਜ਼ ਸਰਕਾਰਾਂ ਨੇ ਬਹੁਤ ਜ਼ੋਰ ਲਾਇਆ, ਲੋਕਾਂ ਨੂੰ ਫਾਂਸੀਆਂ ਦਿੱਤੀਆਂ ਗਈਆਂ, ਲੇਕਿਨ ਉਹ ਜਿਹੜੀ ਚਿੰਗਾਰੀ ਸੀ ਉਹ ਬੁਝ ਨਹੀਂ ਸਕੀ। ਆਖਰ 1947 'ਚ ਭਾਰਤ ਦੇ ਲੋਕਾਂ ਨੇ ਆਪਣੀ ਆਵਾਜ਼ ਜਿਹੜੀ ਹੈ ਉਹ ਤਕਮੀਲ ਤੱਕ ਪਹੁੰਚਾਈ। ਬਾਹਰਲੇ ਦੇਸ਼ ਵੀ ਲੈ ਲਓ, ਮੈਂ ਆਪਣੇ ਮੇਨ ਸਟਰੀਮ ਮੀਡੀਆ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਸ ਅਮਰੀਕਾ ਨੂੰ ਅਸੀਂ ਕਹਿੰਦੇ ਕਿ ਬਹੁਤ ਵਧੀਆ ਡੈਮੋਕ੍ਰੈਟਿਕ ਹੈ ਔਰ ਇਹਦੀ ਮਿਸਾਲ ਦਿੰਦੇ ਲੋਕ ਅੰਗਰੇਜ਼ਾਂ ਦੀ, ਉਹਨਾਂ ਨੂੰ ਦੇਖੋ ਕਿ ਉੱਥੇ ਦਾ ਰਾਸ਼ਟਰਪਤੀ ਜਿਹੜਾ ਕਿ ਹੁਣੀ ਸਾਬਕਾ ਹੋ ਗਏ ਮਿਸਟਰ ਟਰੰਪ, ਉਹ ਇੱਕ ਸਪੀਚ ਕਰਦੇ ਔਰ ਉਹ ਸਪੀਚ ਜਿਹੜੀ ਹੈ ਉਹਨੂੰ ਹੇਟ ਸਪੀਚ ਦਾ ਨਾਮ ਦੇ ਦਿੱਤਾ ਜਾਂਦਾ ਚਲਦੇ ਹੀ, ਤੇ ਸਾਰੇ ਹੀ ਚੈਨਲ ਰਾਸ਼ਟਰਪਤੀ ਦੀ ਸਪੀਚ ਦਾ ਬਾਈਕਾਟ ਕਰ ਦਿੰਦੇ ਨੇ। ਇਹਦਾ ਮਤਲਬ ਆਪਣੇ ਮੀਡੀਆ ਦਾ ਜ਼ਮੀਰ ਜ਼ਿੰਦਾ ਰਹਿਣਾ ਚਾਹੀਦਾ ਹੈ। ਭਾਰਤ ਦੇਸ਼ ਦੇ ਵਿੱਚ ਰੋਜ਼ਨਾਮਾ, ਕੌਮੀ ਆਵਾਜ਼, ਡੇਲੀ ਜ਼ਿਮੀਦਾਰ, ਡੇਲੀ ਫਲਾਈਟ ਔਰ ਬੇਸ਼ੁਮਾਰ ਐਸੇ ਅਖਬਾਰ ਹੈ ਜਿਨ੍ਹਾਂ ਨੂੰ ਅੰਗਰੇਜ਼ ਨੇ ਸੱਚ ਲਿਖਣ ਦੀ ਵਜ੍ਹਾ ਨਾਲ ਹਮੇਸ਼ਾ ਦੇ ਲਈ ਪਾਬੰਦੀ ਲਾਈ, ਡਿਸਮਿਸ ਕੀਤੇ ਗਏ, ਉਹਨਾਂ 'ਤੇ ਜੁਰਮਾਨੇ ਕੀਤੇ ਗਏ। ਅਤੇ ਮੈਂ ਬੇਨਤੀ ਕਰਨਾ ਚਾਹੁੰਦਾ ਮੇਨ ਸਟਰੀਮ ਮੀਡੀਆ ਨੂੰ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਚਲੋ ਤੁਸੀਂ ਸਰਕਾਰ ਦੀ ਬੁਰਾਈ ਕਰੋ। ਸਾਡੀ ਤੁਹਾਡੇ ਤੋਂ ਬੇਨਤੀ ਇਹ ਹੈ ਕਿ ਜੋ ਸਾਡਾ ਦੁੱਖ ਦਰਦ ਹੈ, ਜੋ ਕਿਸਾਨਾਂ ਦੀਆਂ ਤਕਲੀਫਾਂ ਹੈ, ਜੋ ਮਿੱਟੀ ਦੇ ਪੁੱਤ ਨੂੰ ਤਕਲੀਫ ਆ ਰਹੀ ਹੈ ਖੇਤ ਦੇ ਵਿੱਚ ਜਾਂ ਮੰਡੀ ਦੇ ਵਿੱਚ, ਘੱਟੋ ਘੱਟ ਸਾਡਾ ਦੁੱਖ ਤਾਂ ਸਰਕਾਰ ਤੱਕ ਪਹੁੰਚਾਓ ਤਾਂ ਕਿ ਮਸਲਾ ਹੱਲ ਹੋ ਜਾਏ ਜੀ। ਅੱਜ ਛੋਟੇ ਤੋਂ ਛੋਟਾ ਬੱਚਾ, ਹਾਲਾਂਕਿ ਉਹ ਕੇਂਦਰ ਸਰਕਾਰ ਦੀਆਂ ਗੁੱਝੀਆਂ ਸਾਜ਼ਿਸ਼ਾਂ ਬਾਰੇ ਸ਼ਾਇਦ ਜਾਣੂ ਨਹੀਂ ਹੋਣਾ, ਬੱਚਿਆਂ ਨੂੰ ਸ਼ਾਇਦ ਨਹੀਂ ਪਤਾ ਹੋਣਾ ਕਿ 3 ਬਿੱਲਾਂ ਦੇ ਨਾਮ ਕੀ ਨੇ ਜਾਂ ਇਹਨਾਂ ਦਾ ਭਾਵ ਕੀ ਹੈ, ਪਰ ਫਿਰ ਵੀ ਉਹ ਆਪਣੇ ਦੁਸ਼ਮਣ ਦਾ ਨਾਮ ਪ੍ਰਧਾਨ ਮੰਤਰੀ ਮੋਦੀ ਦੱਸਦੇ ਨੇ ਜੀ। ਅਸਲ ਦੇ ਵਿੱਚ ਇਹ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਮਾਸ ਕਮਿਊਨੀਕੇਸ਼ਨ ਜਿਹੜੀ ਹੈ, ਜਨਤਾ ਔਰ ਰਾਜੇ ਦੇ ਦਰਮਿਆਨ ਜਿਹੜੇ ਤਾਲੁਕਾਤ ਨੇ, ਇਹਨੂੰ ਜਿਹੜਾ ਗੋਦੀ ਮੀਡੀਆ ਹੈ ਉਹਨੇ ਖਰਾਬ ਕੀਤੇ ਨੇ। ਸਾਡਾ ਸੰਦੇਸ਼ ਅਗਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੱਕ ਪਹੁੰਚੇ ਤਾਂ ਮੈਂ ਕਹਿਣਾ ਚਾਹੁੰਦਾ ਕਿ ਤੁਹਾਡੇ ਔਰ ਲੋਕਾਂ ਦੇ ਦਰਮਿਆਨ ਜਿਹੜੇ ਤਾਲੁਕਾਤ ਜਿਹੜੇ ਖਰਾਬ ਹੋ ਰਹੇ ਨੇ ਜਾਂ ਲੋਕਾਂ ਨੂੰ ਜਿਹੜੀ ਗਲਤਫਹਿਮੀ ਪੈਦਾ ਹੋ ਰਹੀ, ਇਹਦਾ ਸਭ ਤੋਂ ਵੱਡਾ ਜ਼ਿੰਮੇਦਾਰ ਗੋਦੀ ਮੀਡੀਆ ਹੈ, ਜਿਹੜਾ ਕਿ ਸਿਰਫ ਆਪਣੀ ਚਮਚਾਗਿਰੀ ਕਰਨ ਦੇ ਚੱਕਰ 'ਚ, ਵਾਹਵਾਹੀ ਲੁੱਟਣ ਦੇ ਚੱਕਰ 'ਚ ਆਪਣੀ ਦੇਸ਼ ਦੇ ਲੋਕਾਂ ਦੇ ਵਿਰੁੱਧ ਖਬਰਾਂ ਚਲਾ ਰਿਹਾ ਔਰ ਲੋਕਾਂ ਨੂੰ ਵੀ ਇਹ ਕਰਾ ਦਿਖਾ ਰਿਹਾ ਕਿ ਦੇਖੋ ਜੀ ਸਰਕਾਰ ਤੁਹਾਡੀ ਨਹੀਂ ਮੰਨੇਗੀ, ਸਰਕਾਰ ਦਬਾਅ ਦੇ ਵਿੱਚ ਨਹੀਂ ਆਏਗੀ। ਦਬਾਅ ਕਿਸ ਗੱਲ ਦਾ ਹੁੰਦਾ ਹੈ? ਅਸੀਂ ਕਿਸਾਨ ਲੋਕ ਜਿਹੜੇ ਬੈਠੇ ਹਾਂ ਉੱਥੇ, ਦੇਖੋ ਪਹਿਲੀ ਗੱਲ ਤਾਂ ਇਹ ਕਿ ਹਰ ਬੰਦਾ ਜ਼ਿਮੀਂਦਾਰ ਹੈ। ਜਿਵੇਂ ਮੈਂ ਆ, ਮੇਰੇ ਬੜੇ ਜਿਹੜੇ ਆ ਉਹ ਖੇਤੀ ਕਰਦੇ ਰਹੇ ਜਾਂ ਮੇਰੇ ਸਸੁਰਾਲ ਵਾਲੇ ਅੱਜ ਵੀ ਖੇਤੀ ਕਰਦੇ ਨੇ। ਕਿਸੇ ਨਾ ਕਿਤੇ ਤੁਹਾਡਾ ਤਾਲੁਕ ਅੰਨਦਾਤੇ ਦੇ ਨਾਲ ਜੁੜਿਆ ਹੋਇਆ। ਇਹ ਅੰਦੋਲਨ ਜਿਹੜਾ ਹੈ ਸਰਕਾਰ ਦਾ ਔਰ ਸਾਡੀ ਇੱਜ਼ਤ ਦਾ ਸਵਾਲ ਨਹੀਂ ਹੈ। ਮੈਂ ਫਿਰ ਕਹਿਣਾ ਚਾਹੁੰਦਾ ਮੀਡੀਆ ਨੂੰ, ਇਹ ਸਾਡਾ ਔਰ ਤੁਹਾਡਾ ਇੱਜ਼ਤ ਦਾ ਅਣਖ ਦਾ ਮਸਲਾ ਨਹੀਂ ਹੈ। ਇਹ ਸਾਡੇ ਔਰ ਤੁਹਾਡੇ ਦਰਮਿਆਨ ਇੱਕ ਮਸਲਾ ਸਮਾਜਕ ਹੈ। ਅਗਰ ਤੁਸੀਂ ਇਸ ਸਮਾਜਿਕ ਮਸਲੇ ਨੂੰ ਹੱਲ ਕਰ ਦੋਗੇ
ਤੁਹਾਡੀ ਵੀ ਇੱਜ਼ਤ ਵਧੇਗੀ ਤੇ ਧਰਨੇ ਵਾਲਿਆਂ ਦੀ ਵੀ ਇੱਜ਼ਤ ਵਧੇਗੀ। ਤੁਹਾਨੂੰ ਇਹ ਜਿਹੜੇ ਲੋਕ ਇਹ ਸਮਝਾ ਰਹੇ ਨੇ ਕਿ ਨਹੀਂ ਜੀ ਇਹ ਤਾਂ ਇੱਜ਼ਤ ਦਾ ਮਸਲਾ, ਅਗਰ ਆਪਾਂ ਇਹਨਾਂ ਦੀ ਗੱਲ ਮੰਨ ਲਈ ਸਾਡੀ ਹੇਠੀ ਹੋ ਜਾਊਗੀ, ਤੇ ਕਿਸੇ ਦੀ ਹੇਠੀ ਇਹਦੇ 'ਚ ਹੋਣ ਦੀ ਵਾਲੀ ਨਹੀਂ ਹੈ, ਕਿਸੇ ਪਾਰਟੀ ਦੀ ਹੇਠੀ ਹੋਣ ਵਾਲੀ ਨਹੀਂ, ਕਿਉਂਕਿ ਇਹ ਸਮਾਜਿਕ ਅੰਦੋਲਨ। ਅਗਰ ਇਹ ਕਿਸੇ ਸਿਆਸੀ ਜਥੇਬੰਦੀ ਨੇ ਟੀਚਾ ਦਿੱਤਾ ਹੁੰਦਾ ਤੇ ਉਸ ਤੋਂ ਬਾਅਦ ਸਰਕਾਰ ਕਹਿੰਦੀ ਕਿ ਅਸੀਂ ਨਹੀਂ ਮੰਨਾਂਗੇ ਵੀ ਇਹਦੀ ਗੱਲ ਕਿਉਂ ਮੰਨੀਏ, ਤਾਂ ਸਮਝ ਸਕਦੇ ਸੀ ਕਿ ਇਹ ਪ੍ਰਤਿਸ਼ਠਾ ਦਾ ਮਸਲਾ ਹੈ, ਅਣਖ ਦਾ ਮਸਲਾ ਹੈ। ਲੇਕਿਨ ਇਹ ਮਸਲਾ ਸਮਾਜਿਕ ਹੈ। ਉੱਥੇ ਜਿਹੜੇ ਲੋਕ ਬੈਠੇ ਨੇ ਉਹ ਸਮਾਜਿਕ ਲੋਕ ਬੈਠੇ ਨੇ, ਇਸ ਲਈ ਸਰਕਾਰ ਜਿਹੜੀ ਹੈ ਉਹਨੂੰ ਮੈਂ ਬੇਨਤੀ ਕਰਦਾ ਕਿ ਵੀ ਇਹਨੂੰ ਆਪਣੀ ਅਣਖ ਦਾ ਮਸਲਾ ਨਾ ਬਣਾਓ, ਇਹਨੂੰ ਸਮਾਜਿਕ ਮਸਲਾ ਸਮਝ ਕੇ ਹੱਲ ਕਰੋ ਜੀ। ਜਿਸ ਤਰ੍ਹਾਂ ਚੱਕਾ ਜਾਮ ਕੀਤਾ ਗਿਆ ਹੈ, ਭਾਰਤ ਬੰਦ ਦੀ ਕਾਲ ਵੀ ਦਿੱਤੀ ਗਈ ਸੀ, ਪੰਜਾਬ ਦੇ ਵਿੱਚ ਵੀ ਧਰਨੇ ਪ੍ਰਦਰਸ਼ਨ ਜਾਰੀ ਰਹੇ ਸੀ, ਤਾਂ ਬਹੁਤ ਸਾਰੇ ਵਪਾਰੀ, ਜਦੋਂ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਹੋਈ ਸੀ, ਬਹੁਤ ਸਾਰੇ ਵਪਾਰੀ ਜਾਂ ਬੜੇ ਸਾਰੇ ਦੁਕਾਨਦਾਰ ਅਜਿਹੇ ਸਨ ਜਿਹੜੇ ਕਹਿੰਦੇ ਸਨ ਕਿ ਤੁਹਾਡੀ ਲੜਾਈ ਕੇਂਦਰ ਸਰਕਾਰ ਨਾਲ ਹੈ, ਦਿੱਲੀ ਜਾ ਕੇ ਲੜੋ, ਪੰਜਾਬ ਦਾ ਕਿਉਂ ਮਾਹੌਲ ਖਰਾਬ ਕਰ ਰਹੇ ਹੋ। ਅੱਜ ਵੀ ਪੰਜਾਬ ਤੋਂ ਜੋ ਚੱਕਾ ਜਾਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਖਿਲਾਫਤ ਕਿਤੇ ਨਾ ਕਿਤੇ ਉਦੋਂ ਵੀ ਹੋਈ ਹੈ। ਇੱਦਾਂ ਹੈ ਕਿ ਮੈਂ ਕਹਿਣਾ ਚਾਹੁੰਦਾ ਵਪਾਰੀ ਭਰਾਵਾਂ ਨੂੰ ਵੀ ਕਿ ਦੇਖੋ, ਜਦੋਂ ਸੁਨਿਆਰਿਆਂ ਦੇ ਖਿਲਾਫ ਇੱਕ ਐਕਟ ਬਣਿਆ ਇਸੀ ਸਰਕਾਰ ਦੇ ਵਿੱਚ, 3 ਮਹੀਨੇ ਉਹਨਾਂ ਨੇ ਦੁਕਾਨਾਂ ਬੰਦ ਰੱਖੀਆਂ, ਕਿਸੇ ਕਿਸਾਨ ਨੇ ਤੁਹਾਡੀ ਵਿਰੋਧਤਾ ਨਹੀਂ ਕੀਤੀ। ਜਦੋਂ GST ਆਈ, ਸਾਰੇ ਵਪਾਰੀਆਂ ਨੇ ਦੱਬ ਕੇ ਸਰਕਾਰ ਦੀ ਵਿਰੋਧਤਾ ਕੀਤੀ, ਹੜਤਾਲਾਂ ਕੀਤੀਆਂ, ਧਰਨੇ ਦਿੱਤੇ, ਪੁਤਲੇ ਫੂਕੇ, ਕਿਸੇ ਕਿਸਾਨ ਨੇ ਤੁਹਾਡੀ ਵਿਰੋਧਤਾ ਨਹੀਂ ਕੀਤੀ, ਤੁਹਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ। ਫਿਰ ਕੀ ਵਜ੍ਹਾ ਹੈ ਕਿ ਅੱਜ ਕਿਸਾਨ ਪਰੇਸ਼ਾਨ ਹੈ ਤੇ ਕੁਝ ਲੋਕ ਸਿਰਫ ਆਪਣੀ ਸ਼ੋਹਰਤ ਦੇ ਲਈ, ਔਰ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਲੋਕ ਵਿਰੋਧਤਾ ਕਰ ਰਹੇ ਹੈ ਉਹਨਾਂ ਦੀ ਗਿਣਤੀ ਉਂਗਲੀਆਂ ਤੇ ਗਿਣੀ ਜਾ ਸਕਦੀ ਹੈ। ਉਹਨਾਂ ਦੇ ਨਾਲ ਦੇਸ਼ ਦੀ ਜਨਤਾ ਨਹੀਂ ਹੈ, ਪੰਜਾਬ ਦੀ ਵੀ ਜਨਤਾ ਨਹੀਂ ਹੈ। ਚਾਹੇ ਤੁਸੀਂ ਇਹ ਕਹੋ ਕਿ ਉਹਨਾਂ ਨੂੰ ਕਿਸੇ ਧਰਮ ਨਾਲ ਅਗਰ ਜੋੜਨਾ ਚਾਹੋ, ਮੈਂ ਇਹ ਕਹਿਣਾ ਹੈ ਬਤੌਰ ਲੁਧਿਆਣਵੀ ਹੋਣੇ ਦੇ ਨਾਤੇ ਲੁਧਿਆਣੇ ਦੇ ਸਮੂਹ ਮੁਸਲਮਾਨ ਇੱਕ ਪਾਸੇ ਰੱਖੋ, ਲੇਕਿਨ ਜਿਹੜੇ ਵੱਡੀ ਗਿਣਤੀ ਜਿੱਥੇ ਸ਼ਹਿਰ ਦੇ ਹਿੰਦੂ ਭਰਾ ਨੇ, ਸਾਡੇ ਸਿੱਖ ਭਰਾ ਨੇ, ਦਲਿਤ ਭਰਾ ਨੇ, ਉਹ ਸਾਰੇ ਦੇ ਸਾਰੇ ਹੀ ਕਿਸਾਨਾਂ ਦੇ ਨਾਲ ਨੇ। ਅਗਰ 2-4 ਲੋਕ ਸਿਰਫ ਆਪਣੇ ਧਰਮ ਦਾ ਨਾਮ ਇਸਤੇਮਾਲ ਕਰਕੇ ਕਿਸਾਨਾਂ ਦੀ ਮੁਖਾਲਫਤ ਕਰ ਰਹੇ, ਇਹਦਾ ਮਤਲਬ ਕੋਈ ਇਸ ਧਰਮ ਦੀ ਅਕਸਰੀਅਤ ਉਹਨਾਂ ਦੇ ਖਿਲਾਫ ਨਹੀਂ ਹੈ। ਮੈਂ ਉਸ ਅੰਦੋਲਨ 'ਚ ਹੁਣੀ ਹੋ ਕੇ ਆਇਆ ਪਰਸੋਂ। ਮੈਂ ਜਦੋਂ ਉੱਥੇ ਗਿਆ ਤੇ ਮੇਰੇ ਖੱਬੇ ਪਾਸੇ ਤਕਰੀਬਨ ਮੈਂ 6 ਕਿਲੋਮੀਟਰ ਤੱਕ ਸਿਰਫ ਆਪਣੇ ਹਿੰਦੂ ਭਰਾਵਾਂ ਨੂੰ ਦੇਖਦਾ ਗਿਆ, ਔਰ ਉਹਨਾਂ ਨੇ ਸਾਡੇ ਹਰ ਆਉਣ ਵਾਲੇ ਤੇ ਫੁੱਲ ਸੁੱਟੇ, ਲੋਕਾਂ ਨੂੰ ਪਾਣੀ ਪਿਲਾਇਆ, ਚਾਹ ਪਿਲਾਈਆਂ, ਰੋਕ ਰੋਕ ਕੇ ਲੰਗਰ ਖਵਾਏ। ਤੇ ਮੈਂ ਕਿਸ ਤਰ੍ਹਾਂ ਮੰਨ ਸਕਦਾ ਕਿ ਕਿਸੇ ਇੱਕ ਧਰਮ ਵਿਸ਼ੇਸ਼ ਦੇ ਲੋਕ ਜਿਹੜੇ ਕਿਸਾਨ ਅੰਦੋਲਨ ਦੇ ਖਿਲਾਫ ਹੈ ਜੀ। ਤੁਹਾਡਾ ਇਹ ਜਿਹੜਾ ਪੈਦਲ ਮਾਰਚ ਦੀ ਕਾਲ ਦਿੱਤੀ ਹੈ, ਤੁਸੀਂ ਕਿੱਥੋਂ ਲੋਕ ਇਕੱਠੇ ਹੋ ਕੇ ਤੁਹਾਡੇ ਨਾਲ ਸਾਥ ਦੇਣ ਦੇ ਲਈ ਪਹੁੰਚ ਰਹੇ ਨੇ? ਦੇਖੋ, ਪੈਦਲ ਮਾਰਚ ਦੀ ਜਿਹੜੀ ਸਾਡੀ ਕਾਲ ਹੈ ਤੇ ਉਹਦੇ 'ਚ ਪਹਿਲਾਂ ਸਮੂਹ ਲੁਧਿਆਣਾ ਦੇ ਮੁਸਲਮਾਨਾਂ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਇਹਦੇ 'ਚ ਆਵਾਂਗੇ, ਤੇ ਫਿਰ ਕੱਲ੍ਹ ਤੋਂ ਤਕਰੀਬਨ ਅਲੱਗ-ਅਲੱਗ ਸ਼ਹਿਰਾਂ ਤੋਂ ਵੀ ਸਾਨੂੰ ਸੰਦੇਸ਼ ਆਉਣ ਲੱਗ ਪਏ, ਕਿਉਂਕਿ ਅਸੀਂ ਇੱਕ ਪੰਜਾਬ ਸਤ੍ਹਾ ਦਾ ਪਹਿਲਾਂ ਇੱਕ ਪ੍ਰੋਟੈਸਟ ਜਿਹੜਾ ਦਾਣਾ ਮੰਡੀ 'ਚ ਕੀਤਾ ਸੀ, ਔਰ 2011 'ਚ ਵੀ ਇੱਕ ਬਹੁਤ ਬੜਾ ਪ੍ਰੋਗਰਾਮ ਜਿਸ 10 ਲੱਖ ਲੋਕ ਜਿਹੜੇ ਇਕੱਠੇ ਹੋਏ ਸੀ ਉਹ ਕੀਤਾ ਸੀ। ਤੇ ਇਸ ਲਈ ਮੇਰਾ ਅੰਦਾਜ਼ਾ ਹੈ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਅਸੀਂ ਤਾਰੀਖ ਰੱਖਾਂਗੇ ਤੇ ਪੰਜਾਬ ਦੇ ਹਰੇਕ ਸ਼ਹਿਰ ਤੋਂ ਲੋਕ ਜਿਹੜੇ ਇਹਦੇ ਸ਼ਾਮਲ ਹੋਣਗੇ, ਔਰ ਸਰਵ ਧਰਮਾਂ ਦੇ ਲੋਕ ਜਿਹੜੇ ਨੇ ਉਹ ਇਹਦੀ ਅਗਵਾਈ ਕਰਨਗੇ ਇਨਸ਼ਾਅੱਲਾ ਤਾਲਾ। ਠੀਕ ਹੈ, ਇਸ ਅੰਦੋਲਨ ਨੇ ਇਨਸਾਨੀਅਤ ਦੀ ਇੱਕ ਬੜੀ ਵੱਡੀ ਮਿਸਾਲ ਪੇਸ਼ ਕੀਤੀ ਹੈ, ਤਾਂ ਆਖਰ ਦੇ ਵਿੱਚ ਮੈਂ ਜਾਣਨਾ ਚਾਹੂੰਗੀ ਕਿ ਕਿੱਦਾਂ ਮਹਿਸੂਸ ਹੋਇਆ ਉਸ ਇਨਸਾਨੀਅਤ ਦੀ ਮਿਸਾਲ ਨੂੰ ਦੇਖ ਕੇ, ਇਹ ਦੇਖ ਕੇ ਕਿ ਹੁਣ ਉੱਥੇ ਕੋਈ ਕਿਸੇ ਧਰਮ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ, ਇਨਸਾਨੀਅਤ ਨੂੰ ਰਿਪਰੈਜ਼ੈਂਟ ਕਰ ਰਿਹਾ। ਜੀ, ਮੈਂ ਉੱਥੇ ਵੀ ਕਹਿ ਕੇ ਆਇਆ ਕਿ ਇਹ ਤਾਂ ਚਲੋ ਕਿਸਾਨ ਅੰਦੋਲਨ ਇੱਕ ਬਹਾਨਾ ਹੀ ਬਣ ਗਿਆ, ਲੇਕਿਨ ਪਿਛਲੇ 20-25 ਸਾਲਾਂ 'ਚ ਜਿਹੜਾ ਜ਼ਹਿਰ ਕੁਝ ਮੀਡੀਆ ਨੇ ਘੋਲਿਆ ਲੋਕਾਂ ਦੇ ਦਿਲਾਂ ਦੇ ਵਿੱਚ, ਤੇ ਇਸ ਅੰਦੋਲਨ ਦੇ ਸ਼ੁਰੂ ਹੁੰਦੇ ਹੀ ਮੈਂ ਸਮਝਦਾ ਕਿ ਉਹ ਜ਼ਹਿਰ ਖਤਮ ਹੋਇਆ, ਔਰ ਬੜੀ ਹੱਦ ਤੱਕ ਲੋਕ ਜਿਹੜੇ ਨੇ ਆਪਸ 'ਚ ਗੱਲ ਵਕੜੀ ਪਾ ਰਹੇ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦ ਵੀ ਇਹ ਅੰਦੋਲਨ ਕਾਮਯਾਬ ਹੋਏਗਾ, ਇਹਦਾ ਅਸਰ ਜਿਹੜਾ ਕਈ ਸਦੀਆਂ ਤੱਕ ਲੋਕਾਂ ਦੇ 'ਚ ਪਿਆਰ ਔਰ ਮੁਹੱਬਤ ਦੀ ਸ਼ਕਲ ਦੇ ਵਿੱਚ ਨਜ਼ਰ ਆਉਂਦਾ ਰਹੇਗਾ। ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਇਹ ਅੰਦੋਲਨ ਲਿਖਿਆ ਜਾਣਾ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਇਸ ਅੰਦੋਲਨ ਦਾ ਜ਼ਿਕਰ ਕਰਨਗੀਆਂ ਜਾਂ ਅਸੀਂ ਉਹਨਾਂ ਅੱਗੇ ਜ਼ਿਕਰ ਕਰਾਂਗੇ ਤਾਂ ਬੜੇ ਮਾਣ ਦੇ ਨਾਲ ਅਸੀਂ ਦੱਸਾਂਗੇ। ਬਿਲਕੁਲ ਆਉਣ ਵਾਲਾ ਸਮਾਂ ਜਿਹੜਾ ਹੈ, ਮੈਂ ਸਮਝਦਾ ਆਉਣ ਵਾਲਾ ਜਿਹੜਾ ਇਤਿਹਾਸਕਾਰ ਹੈ ਉਹ ਜਦੋਂ ਇਸ ਅੰਦੋਲਨ ਨੂੰ ਫਰੋਲੇਗਾ ਔਰ ਇਹਦੇ ਬਾਰੇ ਕੁਝ ਲਿਖਣ ਲੱਗੇਗਾ ਤੇ ਉਹਦੀ ਕਲਮ ਇਸ ਗੱਲ ਨੂੰ ਲਿਖਣ ਤੇ ਮਜਬੂਰ ਹੋ ਜਾਏਗੀ ਕਿ ਮਜ਼ਹਬ ਨਹੀਂ ਸਿਖਾਤਾ ਆਪਸ में बैर रखना, हिंदी हम वतन है हिंदुस्तां हमारा। ਬਹੁਤ ਧੰਨਵਾਦ, ਬਹੁਤ ਖੂਬਸੂਰਤ ਸਤਰਾਂ ਤੁਸੀਂ ਅੱਜ ਵਰਤੀਆਂ ਨੇ। ਇਹ ਸਨ ਮੇਰੇ ਨਾਲ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ। ਬਹੁਤ ਹੀ ਜਲਦੀ ਤੁਸੀਂ ਲੁਧਿਆਣੇ ਸ਼ਹਿਰ ਦੀਆਂ ਸੜਕਾਂ 'ਤੇ ਇੱਕ ਅਜਿਹਾ ਪੈਦਲ ਮਾਰਚ ਦੇਖੋਗੇ ਜੋ ਇਸ ਇਤਿਹਾਸ ਦੇ ਪੰਨਿਆਂ ਦੇ ਵਿੱਚ ਕਿਸਾਨ ਅੰਦੋਲਨ ਜਦੋਂ ਲਿਖਿਆ ਜਾਣਾ ਹੈ ਤਾਂ ਸੁਨਹਿਰੀ ਅੱਖਰਾਂ ਦੇ ਨਾਲ ਇਹ ਪੈਦਲ ਮਾਰਚ ਵੀ ਲਿਖਿਆ ਜਾਣਾ ਹੈ। ਮੁਸਲਮਾਨ ਭਾਈਚਾਰੇ ਵੱਲੋਂ ਜੋ ਸਮਰਥਨ ਦਿੱਤਾ ਜਾ ਰਿਹਾ ਹੈ ਕਿਸਾਨਾਂ ਨੂੰ, ਹਾਲਾਂਕਿ ਸਵਾਲ ਹਲੇ ਵੀ ਬਣਿਆ ਹੋਇਆ ਹੈ ਕਿ ਹੱਲ ਕਦੋਂ ਨਿਕਲੇਗਾ ਜਾਂ ਹੁਣ ਕੀ ਹੋਵੇਗਾ। ਇਹ ਸਵਾਲ ਹੈ ਜਿਹੜਾ ਇਸ ਦਾ ਜਵਾਬ ਤਾਂ ਆਉਣ ਵਾਲੇ ਸਮੇਂ ਤੋਂ ਹੀ ਪਤਾ ਲੱਗੇਗਾ। ਆਉਣ ਵਾਲਾ ਸਮਾਂ ਦੱਸੇਗਾ ਕਿ
ਮੌਜੂਦਾ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਕਿਸਾਨਾਂ ਦੇ ਇਸ ਮਸਲੇ ਦਾ ਹੱਲ ਕਦੋਂ ਤੱਕ ਕੱਢਦੀ ਹੈ, ਉਦੋਂ ਤੱਕ तमाम ਅਪਡੇਟਸ ਤੁਸੀਂ ਡੇਲੀ ਪੋਸਟ ਪੰਜਾਬੀ ਤੇ ਦੇਖਦੇ ਰਹੋ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਪ੍ਰਕਾਸ਼ ਸਿੰਘ ਜੱਸਾ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।